Good morning, students. This is our next chapter number 13. That is, why do we fall ill? ਅਸੀਂ ਬਿਮਾਰ ਕਿਉਂ ਹੁੰਦੇ ਹਾਂ? ਠੀਕ ਹੈ, ਇਹਦੇ ਸਭ ਤੋਂ ਪਹਿਲਾਂ ਕੁਝ ਐਕਟੀਵਿਟੀਜ਼ ਨੇ ਲਾਈਕ there it is given that we do all have heard about the earthquakes in the Kashmir, Gujar, Latur or cyclones attack in coastal areas. ਠੀਕ ਹੈ, ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ ਕਿ ਅਰਥਕੁਇਕ ਵਗੈਰਾ ਹੁੰਦੇ ਆ ਕਸ਼ਮੀਰ ਦੇ ਵਿੱਚ, ਲੈਟਰ ਦੇ ਵਿੱਚ, ਭੁੱਜ ਦੇ ਵਿੱਚ। ਠੀਕ ਹੈ, ਔਰ ਜਿਹੜੇ ਸਾਈਕਲੋਨਸ ਨੇ ਸਾਈਕਲੋਨ ਅਟੈਕ ਨੇ ਕੋਸਟਲ ਏਰੀਆ ਦੇ ਵਿੱਚ। ਤੁਸੀਂ ਕਦੇ ਸੋਚਿਆ ਕਿ ਕਿੰਨੇ ਡਿਫਰੈਂਟ ਵੇਜ਼ ਨੇ ਜਿਹਦੇ ਨਾਲ ਪੀਪਲਸ ਜਿਹੜੀ ਹੈਲਥ ਹੈ ਉਹ ਅਫੈਕਟ ਹੁੰਦੀ ਆ ਡਿਊ ਟੂ ਦੀਜ਼ ਟਾਈਪ ਆਫ ਡਿਜ਼ਾਸਟਰਸ ਜਦੋਂ ਪੈਦਾ ਹੁੰਦੇ ਆ ਜਾਂ ਅਕਰ ਹੋ ਜਾਂਦੇ ਆ। ਠੀਕ ਹੈ, ਕਿੰਨੇ ਤਰੀਕਿਆਂ ਦੇ ਨਾਲ ਇਹ ਡਿਜ਼ਾਸਟਰ ਐਕਚੁਅਲੀ ਹੈਪਨ ਹੁੰਦੇ ਆ, ਕੀ ਰੀਜ਼ਨਸ ਇਹਨਾਂ ਦੇ ਹੋ ਸਕਦੇ ਆ, ਐਂਡ ਸਾਰੇ ਹੈਲਥ ਰਿਲੇਟਡ ਜਿਹੜੇ ਇਸ਼ੂਜ਼ ਨੇ ਆਫਟਰ ਦਾ ਡਿਜ਼ਾਸਟਰਸ। ਠੀਕ ਹੈ, ਉਹਨਾਂ ਦੇ ਉੱਤੇ ਕੀ ਇਫੈਕਟ ਪੈਂਦਾ, ਕਦੋਂ ਤੱਕ ਉਹ ਇਫੈਕਟ ਉਹਨਾਂ ਦੇ ਉੱਪਰ ਰਹਿੰਦਾ ਹੈ। ਇੱਦਾਂ ਹੀ ਕਿ ਕਿਉਂ ਅਸੀਂ ਜਿਹੜਾ ਹੈਲਥ ਦੇ ਉੱਤੇ ਇਫੈਕਟ ਪੈਂਦਾ ਇੱਦਾਂ ਦੇ ਡਿਜ਼ਾਸਟਰਸ ਦੇ ਨਾਲ, ਉਹਨੂੰ ਅਸੀਂ ਫਸਟ ਗਰੁੱਪ 'ਚ ਲੈਂਦੇ ਹਾਂ, ਐਂਡ ਅਦਰ ਬਾਕੀ ਸਾਰੇ ਇਫੈਕਟ ਨੇ ਜਿਹੜੇ ਦੈਟ ਵੀ ਆਰ ਟੇਕਿੰਗ ਇਨ ਦਾ ਸੈਕਿੰਡ ਗਰੁੱਪ। ਠੀਕ ਹੈ, ਹੁਣ ਅਸੀਂ ਇਹ ਐਕਸਰਸਾਈਜ਼ ਤੋਂ ਬਾਅਦ ਵੀ ਹੈਵ ਰਿਅਲਾਈਜ਼ ਦੈਟ ਹੈਲਥ ਐਂਡ ਡਿਜ਼ੀਜ਼ ਇਨ ਦਾ ਹਿਊਮਨ ਕਮਿਊਨਿਟੀਜ਼ ਆਰ ਵੈਰੀ ਕੰਪਲੈਕਸ ਇਸ਼ੂਜ਼। ਜਿਹੜੇ ਹੈਲਥ ਦੇ ਡਿਜ਼ੀਜ਼ ਨੇ ਦੇ ਆਰ ਵੈਰੀ ਕੰਪਲੈਕਸ ਇਸ਼ੂਜ਼ with many interconnected causes. ਉਹਨਾਂ ਦੇ cause interconnected ਹੁੰਦੇ, they are having the interconnected causes. ਠੀਕ ਹੈ, ਔਰ ਅਸੀਂ ਇਹ ਵੀ ਰਿਅਲਾਈਜ਼ ਕਰਦੇ ਹਾਂ that health and disease they are themselves is complicated. ਉਹ ਆਪਣੇ ਆਪ ਦੇ ਵਿੱਚ complicated terms ਨੇ। when we ask about cause of disease, how we prevent them, ਅਸੀਂ ਜਦੋਂ ਡਿਜ਼ੀਜ਼ ਬਾਰੇ ਗੱਲ ਕਰਦੇ ਹਾਂ ਕਿ ਕਿਵੇਂ ਡਿਜ਼ੀਜ਼ ਪੈਦਾ ਹੁੰਦੀ ਹੈ ਐਂਡ ਉਹਨਾਂ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ, we have to begin by asking what these notions mean. ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਇਹ ਜਿਹੜੀਆਂ ਨੋਸ਼ਨਸ ਨੇ ਹੈਲਥ ਐਂਡ ਡਿਜ਼ੀਜ਼, ਇਹਨਾਂ ਦਾ ਕੀ ਮਤਲਬ ਹੈ। ਠੀਕ ਹੈ, ਨਾਓ ਵੀ ਨੋ ਦੈਟ ਵੀ ਹੈਵ ਸਟੱਡੀਡ ਇਨ ਦਾ 5th ਚੈਪਟਰ, ਆਈ ਥਿੰਕ ਦੈਟ ਇਜ਼ ਫੰਡਾਮੈਂਟਲ ਯੂਨਿਟ ਆਫ life, that is cell. The cell are the basic units of living being. Cells are the basic character ਜਿਹੜੇ ਹੈਗੇ ਨੇ that are cell. Cells are made up of variety of chemical substances that are proteins, carbohydrates, fats and lipids and so on. ਹੋਰ ਕਾਫੀ ਸਾਰੇ substances ਉਹਦੇ ਵਿੱਚ ਹੁੰਦੇ ਆ। All the picture look quite static. In reality the living cell is a dynamic place. ਜਿਹੜਾ living cell ਆ that is a dynamic, ਚੱਲ something or the other is always happening. ਕੁਛ ਨਾ ਕੁਛ ਉਹਦੇ ਵਿੱਚ ਹੁੰਦਾ ਹੀ ਰਹਿੰਦਾ। cell moves from place to place, ਇੱਕ place ਤੋਂ ਦੂਸਰੀ place ਤੇ ਮੂਵ ਕਰਦੇ ਆ। even in cells that don't move, ਜਿਹੜੇ ਮੂਵ ਨਹੀਂ ਕਰਦੇ, then they are also repairing going on. ਹਰ ਵਕਤ ਉੱਥੇ ਰਿਪੇਅਰਿੰਗ ਹੁੰਦੀ ਰਹਿੰਦੀ ਹੈ। ਠੀਕ ਹੈ, ਨਾਓ ਸੈਲਸ ਆਰ ਬੀਂਗ ਮੇਡ, ਸੈੱਲ ਬਣਦੇ ਆ ਇਨ ਆਰ ਔਰਗਨਸ ਔਰ ਟਿਸ਼ੂਜ਼। ਦੇਅਰ ਆਰ ਵੇਰੀਅਸ ਸਪੈਸ਼ਲਾਈਜ਼ਡ ਐਕਟੀਵਿਟੀਜ਼ ਗੋਇੰਗ ਔਨ। the heart is beating, lungs are breathing and kidneys filtering the urine and brain is thinking. ਇਹਦਾ ਮਤਲਬ ਇਹ ਸਾਰੇ ਟਿਸ਼ੂਜ਼ ਔਰ ਔਰਗਨਸ ਐਕਟੀਵਿਟੀਜ਼ ਕਰਦੇ ਰਹਿੰਦੇ ਆ, ਜਿਵੇਂ ਹਾਰਟ ਬੀਟ ਕਰਦਾ ਰਹਿੰਦਾ, ਲੰਗਸ ਆ ਜਿਹੜੇ ਉਹ ਬਰੀਥ ਕਰਦੇ ਆ, and kidneys they are filtering the urine continuously and brain is thinking. All these activities are interconnected. Activities interconnected ne. For example, if the kidneys are not filtering urine, poisonous substances will accumulate. Under such condition the brain will not be able to think properly. ਠੀਕ ਹੈ, ਕਹਿੰਦੇ ਇਹ ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਨੇ ਦੇ ਆਰ ਇੰਟਰਕਨੈਕਟਡ। ਫੋਰ ਐਗਜ਼ਾਮਪਲ ਜੇ ਮੰਨ ਲਓ ਵੀ ਕਿਡਨੀ ਹੈ ਜਿਹੜੀ ਉਹ ਯੂਰਿਨ ਨੂੰ ਫਿਲਟਰ ਨਾ ਕਰੇ, ਦੈਨ ਪੋਇਜ਼ਨਸ ਸਬਸਟੈਂਸ ਨੇ ਦੇ ਵਿਲ ਅਕਮੂਲੇਟ ਇਨ ਦਾ ਬੋਡੀ, they will accumulate in the body and the brain will not be able to think properly. ਜਿਹੜੀ ਇੱਦਾਂ ਦੀ ਕੰਡੀਸ਼ਨ ਦੇ ਵਿੱਚ ਬ੍ਰੇਨ ਪ੍ਰੋਪਰਲੀ ਥਿੰਕ ਨਹੀਂ ਕਰ ਪਾਏਗਾ। For all these interconnected activities, energy and raw material are needed from the outside the body. ਮਤਲਬ ਜਿਹੜਾ ਫਿਰ ਇਹ ਸਾਰੀਆਂ ਐਕਟੀਵਿਟੀ ਵਾਸਤੇ એનર્ਜੀ ਔਰ raw material ਚਾਹੀਦਾ ਉਹ ਬਾਡੀ ਤੋਂ ਬਾਹਰੋਂ ਚਾਹੀਦਾ ਸਾਨੂੰ। ਇਨ ਅਦਰ ਵਰਡਸ ਫੂਡ ਇਜ਼ ਨੈਸੈਸਰੀ ਫॉर ਸੈੱਲ ਐਂਡ ਟਿਸ਼ੂ ਫੰਕਸ਼ਨ। ਤਾਂ ਅਸੀਂ ਇਹ ਕਹਿ ਸਕਦੇ ਜਿਹੜਾ ਫੂਡ ਹੈ ਉਹ ਨੈਸੈਸਰੀ ਆ ਸੈੱਲ ਔਰ ਟਿਸ਼ੂ ਫੰਕਸ਼ਨ ਵਾਸਤੇ। ਐਨੀਥਿੰਗ ਦੈਟ ਪ੍ਰੀਵੈਂਟਸ ਪ੍ਰੋਪਰ ਫੰਕਸ਼ਨਿੰਗ ਆਫ ਦ ਸੈੱਲ ਐਂਡ ਟਿਸ਼ੂਜ਼ ਵਿਲ ਲੀਡ ਟੂ ਅ ਲੈਕ ਆਫ ਪ੍ਰੋਪਰ ਐਕਟੀਵਿਟੀ ਆਫ ਦ ਬੋਡੀ। ਹੁਣ ਅਸੀਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਐਨੀਥਿੰਗ ਦੈਟ ਪ੍ਰੀਵੈਂਟ ਪ੍ਰੋਪਰ, ਜਿਸ ਦੇ ਨਾਲ ਪ੍ਰੋਪਰ ਫੰਕਸ਼ਨਿੰਗ ਟਿਸ਼ੂ ਦੀ ਨਹੀਂ ਹੁੰਦੀ, ਇਹਦਾ ਮਤਲਬ ਉਹਦੀ ਪ੍ਰੋਪਰ ਬੋਡੀ ਦੀ ਜਿਹੜੀ ਪ੍ਰੋਪਰ ਐਕਟੀਵਿਟੀ ਆ ਉਹ ਨਹੀਂ ਹੋ ਸਕਦੀ। ਅਗਰ ਕੋਈ ਨਾ ਕੋਈ ਪ੍ਰੋਬਲਮ ਕਿਸੇ ਵੀ ਟਿਸ਼ੂ ਜਾਂ ਸੈੱਲ ਦੇ ਵਿੱਚ ਕੋਈ ਫੰਕਸ਼ਨਿੰਗ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਪੂਰੀ ਬੋਡੀ ਦੀ ਐਕਟੀਵਿਟੀ ਵਿੱਚ ਪ੍ਰੋਬਲਮ ਆਏਗੀ। It is in this context that we will now look all the notions of health and disease. ਹੁਣ ਅਸੀਂ ਅਗਲੇ ਕੰਟੈਕਸਟ ਦੇ ਵਿੱਚ ਹੈਲਥ ਐਂਡ ਡਿਜ਼ੀਜ਼ ਬਾਰੇ ਦੇਖਾਂਗੇ। Then health and its failure.
The significance of health. We have heard the word health used quite frequently all around us. ਵੀ ਅਸੀਂ ਆਲੇ ਦੁਆਲੇ health word ਬਹੁਤ ਜਲਦੀ ਸੁਣਦੇ ਹਾਂ, ਠੀਕ ਹੈ। We use it ourselves as well, ਅਸੀਂ ਆਪਣੇ ਆਪ ਵੀ ਇਹਨੂੰ use ਕਰਦੇ ਹਾਂ ਕਾਫੀ ਵਾਰ। When we say things like my grandmother is grandmother's health is not good, ਜਦੋਂ ਅਸੀਂ ਇੱਦਾਂ ਦੇ word ਕਹਿੰਦੇ ਹਾਂ ਕਿ my grandmother ਜਿਹੜੀ health ਆ ਉਹ ਠੀਕ ਨਹੀਂ ਹੈ। Our teacher use it when they scold us saying this is not a healthy attitude, ਸਾਡਾ teacher use ਕਰਦਾ ਜਦੋਂ ਸਾਨੂੰ ਡਾਂਟਦਾ and he or she is saying that this is not a healthy attitude. What would the word health mean? ਕੀ ਮਤਲਬ ਹੋ ਸਕਦਾ ਇਹ ਜਿਹੜਾ word ਹੈ health? If we think about it, we realize that it always implies the idea of being। ਜਦੋਂ ਅਸੀਂ ਸੋਚਦੇ ਹਾਂ ਇਹਦੇ ਬਾਰੇ, ਇਹਦਾ ਮਤਲਬ ਹੈ ਕਿ ਠੀਕ ਠਾਕ ਹੋਣਾ, ਵੈਲ ਬੀਇੰਗ। ਆਈਡੀਆ ਆਫ ਵੈਲ ਬੀਇੰਗ ਇਜ਼ ਅ ਹੈਲਥ। ਵੀ ਕੈਨ ਥਿੰਕ ਆਫ ਦਿਸ ਵੈਲ ਬੀਇੰਗ ਐਜ਼ ਇਫੈਕਟਿਵ ਫੰਕਸ਼ਨਿੰਗ। ਅਸੀਂ ਸੋਚਦੇ ਹਾਂ ਵੀ ਇਹਦੀ ਪ੍ਰੋਪਰ ਫੰਕਸ਼ਨਿੰਗ ਹੋਵੇ, ਇਫੈਕਟਿਵ ਫੰਕਸ਼ਨਿੰਗ ਹੋਵੇ। ਫਾਰ ਆਰ ਗ੍ਰੈਂਡ ਮਦਰਸ ਬੀਇੰਗ ਏਬਲ ਟੂ ਗੋ ਆਊਟ ਟੂ ਦਾ ਮਾਰਕੀਟ ਔਰ ਟੂ ਵਿਜ਼ਿਟ ਨੇਬਰਸ ਇਜ਼ ਬੀਇੰਗ ਵੈਲ। ਸਾਡੀ ਗ੍ਰੈਂਡ ਮਦਰ ਵਾਸਤੇ ਮਾਰਕੀਟ ਜਾ ਸਕਣਾ ਔਰ ਸਾਡੇ ਆਂਢ ਗੁਆਂਢ ਦੇ ਵਿੱਚ ਜਾ ਸਕਣਾ, ਦੈਟ ਇਜ਼ ਅ ਬੀਇੰਗ ਵੈਲ। ਐਂਡ ਨਾਟ ਬੀਇੰਗ ਏਬਲ ਟੂ ਡੂ ਸੱਚ ਥਿੰਗਸ ਇਜ਼ ਅ ਪੂਅਰ ਹੈਲਥ। ਅਗਰ ਉਹ ਇੱਦਾਂ ਨਹੀਂ ਕਰ ਪਾ ਰਹੇ, ਇਟ ਮੀਨਸ ਦੈਟ ਇਜ਼ ਅ ਪੂਅਰ ਹੈਲਥ। ਬੀਇੰਗ ਇੰਟਰਸਟਿਡ ਇਨ ਫੋਲੋਇੰਗ ਦ teaching in classroom so that we can understand the world is called a healthy attitude। ਠੀਕ ਹੈ, ਸਾਡਾ ਕਲਾਸ ਦੇ ਵਿੱਚ ਟੀਚਿੰਗ ਕਲਾਸਰੂਮ ਦੇ ਵਿੱਚ ਇੰਟਰਸਟ ਹੋਣਾ, ਦੈਟ ਇਜ਼ ਆ ਹੈਲਦੀ ਐਟੀਟਿਊਡ। ਪਰ ਜੇ ਅਸੀਂ ਇੰਟਰਸਟਡ ਨਹੀਂ ਆ, ਦੈਟ ਇਜ਼ ਪੂਅਰ ਹੈਲਥ ਔਰ ਨੋਟ ਹੈਲਦੀ ਐਟੀਟਿਊਡ। ਹੈਲਥ ਇਜ਼ ਦੇਅਰ ਫੋਰ ਸਟੇਟ ਆਫ ਬੀਇੰਗ ਵੈਲ। ਠੀਕ ਹੈ, ਹੈਲਥ ਦਾ ਮਤਲਬ ਹੈ ਸਟੇਟ ਆਫ ਬੀਇੰਗ ਵੈਲ, ਠੀਕ ਠਾਕ ਹੋਣਾ। ਇਨਫ ਟੂ ਫੰਕਸ਼ਨ ਵੈਲ ਫਿਜ਼ੀਕਲੀ, ਮੈਂਟਲੀ ਐਂਡ ਸੋਸ਼ਲੀ। ਮਤਲਬ ਫਿਜ਼ੀਕਲੀ ਵੀ ਓਕੇ ਹੋਣਾ, ਮੈਂਟਲੀ ਵੀ ਐਂਡ ਸੋਸ਼ਲੀ। ਇਹਦਾ ਮਤਲਬ ਹੈਲਥ ਦਾ ਮਤਲਬ ਹੋ ਗਿਆ ਫਿਜ਼ੀਕਲੀ, ਮੈਂਟਲੀ ਐਂਡ ਸੋਸ਼ਲੀ ਵੈਲ ਬੀਇੰਗ। ਦੈਨ ਆ ਗਿਆ ਪਰਸਨਲ ਐਂਡ ਕਮਿਊਨਿਟੀ ਇਸ਼ੂਜ਼ ਬੋਥ ਮੈਟਰ ਫॉर ਹੈਲਥ। ਵੀ ਜਿਹੜੇ ਸਾਡੇ ਪਰਸਨਲ ਇਸ਼ੂਜ਼ ਨੇ ਜਾਂ ਕਮਿਊਨਿਟੀ ਇਸ਼ੂਜ਼ ਨੇ, ਉਹ ਦੋਨੋਂ ਹੈਲਥ ਵਾਸਤੇ ਇਫੈਕਟ ਕਰਦੇ ਆ, ਹੈਲਥ ਦੇ ਉੱਤੇ ਉਹਦਾ ਇਫੈਕਟ ਪੈਂਦਾ। ਇਫ ਹੈਲਥ ਮੀਨਸ ਅ ਸਟੇਟ ਆਫ ਫਿਜ਼ੀਕਲ, ਮੈਂਟਲ ਐਂਡ ਸੋਸ਼ਲ ਵੈਲ ਬੀਇੰਗ, it can't be something that each one of us can achieve entirely on our own। ਕਹਿੰਦੇ ਜੇ ਅਸੀਂ ਕਹਿੰਦੇ ਹਾਂ ਵੀ ਜਿਹੜੀ ਸਟੇਟ ਆਫ ਫਿਜ਼ੀਕਲ, ਮੈਂਟਲ ਐਂਡ ਸੋਸ਼ਲ ਵੈਲਬੀਇੰਗ ਆ, ਅਗਰ ਅਸੀਂ ਹੈਲਥ ਨੂੰ ਇਹ ਲੈ ਕੇ ਚੱਲਦੇ ਹਾਂ, ਦੈਨ ਇਹ ਕਹਿਣਾ ਇਟਸ ਓਕੇ ਦੈਟ ਵੀ ਸਾਡੇ ਸਾਰਿਆਂ ਕੋਲ ਸਾਰੇ ਹੀ ਇਹ ਜਿਹੜੇ ਕਰੈਕਟਰਿਸਟਿਕਸ ਹੈਗੇ ਆ, ਇਹ ਨਹੀਂ ਹੋਣਗੇ। ਠੀਕ ਹੈ, ਦ ਹੈਲਥ ਆਫ ਆਲ ਔਰਗੈਨਿਜ਼ਮ ਵਿਲ ਡਿਪੈਂਡ ਔਨ ਦੇਅਰ ਸਰਾਊਂਡਿੰਗ ਔਰ ਦੇਅਰ ਇਨਵਾਇਰਮੈਂਟ। ਜਿਹੜੀ ਹੈਲਥ ਆ ਸਾਰੇ ਔਰਗੈਨਿਜ਼ਮ ਦੀ, ਉਹ ਡਿਪੈਂਡ ਕਰਦੀ ਆ ਉਹਦੇ ਆਲੇ ਦੁਆਲੇ ਦਾ ਕੀ ਇਨਵਾਇਰਮੈਂਟ ਹੈ। ਠੀਕ ਹੈ, ਦ ਇਨਵਾਇਰਮੈਂਟ ਇਨਕਲੂਡਸ ਦਾ ਫਿਜ਼ੀਕਲ ਇਨਵਾਇਰਮੈਂਟ ਦੇ ਵਿੱਚ ਫਿਜ਼ੀਕਲ ਇਨਵਾਇਰਮੈਂਟ ਹੋ ਸਕਦਾ। ਫੋਰ ਐਗਜ਼ਾਮਪਲ ਹੈਲਥ ਇਜ਼ ਐਟ ਅ ਰਿਸਕ ਇਨ ਦਾ ਸਾਈਕਲੋਨ ਇਨ ਮੈਨੀ ਵੇਜ਼। ਜਿਹੜੀ ਹੈਲਥ ਆ ਉਹ ਸਾਈਕਲੋਨ ਦੇ ਵਿੱਚ, ਜਦੋਂ ਸਾਈਕਲੋਨਸ ਵਗੈਰਾ ਹੁੰਦੇ ਆ, ਉਹਦੇ ਵਿੱਚ ਜਿਹੜੀ ਹੈਲਥ ਆ ਦੈਟ ਇਜ਼ ਐਟ ਅ ਬਿਗ ਰਿਸਕ। ਹੈਲਥ ਦਾ ਸਭ ਤੋਂ ਜ਼ਿਆਦਾ ਰਿਸਕ ਹੁੰਦਾ। ਬਟ ਈਵਨ ਮੋਰ ਇੰਪੋਰਟੈਂਟਲੀ ਹਿਊਮਨ ਬੀਇੰਗਸ ਲਿਵ ਇਨ ਸੋਸਾਇਟੀਜ਼। ਹਿਊਮਨ ਬੀਇੰਗ ਨੇ ਸੋਸਾਇਟੀ ਦੇ ਵਿੱਚ ਰਹਿੰਦੇ ਆ। ਆਰ ਸੋਸ਼ਲ ਇਨਵਾਇਰਮੈਂਟ ਦੇਅਰਫੋਰ ਇਜ਼ ਐਨ ਇੰਪੋਰਟੈਂਟ ਫੈਕਟਰ ਇਨ ਆਰ ਇੰਡੀਵਿਜੂਅਲ ਹੈਲਥ। ਸੋਸ਼ਲ ਇਨਵਾਇਰਮੈਂਟ ਆ ਜਿਹੜਾ, ਉਹਦਾ ਬਹੁਤ ਵੱਡਾ ਇਫੈਕਟ ਪੈਂਦਾ ਸਾਡੇ ਇੰਡੀਵਿਜੂਅਲ ਹੈਲਥ ਦੇ ਉੱਪਰ। ਠੀਕ ਹੈ, ਨਾਓ ਵੀ ਲਿਵ ਇਨ ਵਿਲੇਜਸ, ਟਾਊਨਸ ਐਂਡ ਸਿਟੀਜ਼। ਇਨ ਸੱਚ ਪਲੇਸਿਸ ਈਵਨ ਆਰ ਫਿਜ਼ੀਕਲ ਇਨਵਾਇਰਮੈਂਟ ਡਿਸਾਈਡਡ ਬਾਈ ਆਰ ਸੋਸ਼ਲ ਇਨਵਾਇਰਮੈਂਟ। ਵੀ ਜਿਵੇਂ ਵੀ ਅਸੀਂ ਵਿਲੇਜਸ ਦੇ ਵਿੱਚ, ਟਾਊਨਸ ਦੇ ਵਿੱਚ, ਸਿਟੀਜ਼ ਦੇ ਵਿੱਚ ਰਹਿੰਦੇ ਹਾਂ, ਤਾਂ ਸਾਡਾ ਜਿਹੜਾ ਫਿਜ਼ੀਕਲ ਇਨਵਾਇਰਮੈਂਟ ਹੈ ਦੈਟ ਇਜ਼ ਡਿਸਾਈਡਡ ਬਾਈ ਆਰ ਸੋਸ਼ਲ ਇਨਵਾਇਰਮੈਂਟ। ਸਾਡਾ ਸੋਸ਼ਲ ਇਨਵਾਇਰਮੈਂਟ ਕਿੱਦਾਂ ਦਾ, ਸੋਸ਼ਲ ਬਿਹੇਵੀਅਰ ਕਿੱਦਾਂ ਦਾ, ਇੰਟਰੈਕਸ਼ਨਸ ਕਿੱਦਾਂ ਦੀਆਂ, ਉਹ ਡਿਪੈਂਡ ਕਰਦੀਆਂ ਕਿ ਸਾਡਾ, ਉਹ ਡਿਸਾਈਡ ਕਰਦੀਆਂ ਕਿ ਸਾਡਾ ਫਿਜ਼ੀਕਲ ਇਨਵਾਇਰਮੈਂਟ ਕੀ ਆ, ਸਾਡੀ ਹੈਲਥ ਕੀ ਆ। ਠੀਕ ਹੈ, ਕੰਸੀਡਰ ਦੈਟ ਵਟ ਵੁੱਡ ਹੈਪਨ ਇਫ ਨੋ ਏਜੰਸੀ ਇਜ਼ ਇੰਸ਼ੋਰਿੰਗ ਦੈਟ ਗਾਰਬੇਜ ਇਜ਼ ਕਲੈਕਟਡ ਐਂਡ ਡਿਸਪੋਜ਼ਡ। ਕਹਿੰਦੇ ਸੋਚ ਲਓ, ਮੰਨ ਲਓ ਕਿ ਅਗਰ ਕੋਈ ਵੀ ਏਜੰਸੀ ਹੈ ਜਿਹੜੀ, ਉਹ ਇੰਸ਼ੋਰ ਨਾ ਕਰੇ ਕਿ ਗਾਰਬੇਜ ਨੂੰ ਕਲੈਕਟ ਕਰਨਾ ਹੈ, ਡਿਸਪੋਜ਼ ਕਰਨਾ, then ਕੀ ਹੋਏਗਾ? ਵਟ ਵੁੱਡ ਹੈਪਨ ਇਫ no one takes responsibility of cleaning the drains and ensuring that water does not collect in the streets or open spaces। ਔਰ ਕੀ ਹੋਏਗਾ ਅਗਰ ਕੋਈ ਵੀ ਰਿਸਪੋਂਸੀਬਿਲਿਟੀ ਨਾ ਲਵੇ ਡਰੇਨਸ ਨੂੰ ਕਲੀਅਰ ਕਰਨ ਦੀ, ਔਰ ਕੋਈ ਵੀ ਵਾਟਰ, ਕੋਈ ਵੀ ਇੱਦਾਂ ਇੰਸ਼ੋਰ ਨਾ ਕਰਾਏ ਕਿ ਜਿਹੜਾ ਸਟਰੀਟਸ ਦੇ ਵਿੱਚ ਔਰ ਓਪਨ ਸਪੇਸ ਦੇ ਵਿੱਚ ਵਾਟਰ ਜਮ੍ਹਾਂ ਨਹੀਂ ਹੋਣਾ ਚਾਹੀਦਾ। ਠੀਕ ਹੈ, ਦੈਨ ਵਟ ਵਿਲ ਹੈਪਨ? We know that if these things will happen, no one will take responsibility, there will not be cleanliness around us, there will be fights, then social health will be affected। ठीक है, due to the fights there will be a mental stress, the mental health will not be okay, and physically there will be a danger of spread of the disease due to these garbage or drains। ठीक है, there will be a
spread of disease also. So all the factors, physical, mental and social health factors will be affected due to this thing. So if there is a great deal of garbage thrown in our cities, or if there is open drain water lying stagnant around where we live, the possibility of poor health increase. ਕਹਿੰਦੇ ਜੇ ਹੁਣ ਵੀ ਜਿਹੜੀ ਗਾਰਬੇਜ ਆ ਉਹ ਸਾਡੀਆਂ ਸਟੀਜ਼ ਦੇ ਵਿੱਚ ਪਿਆ ਹੋਵੇ ਔਰ ਓਪਨ ਡਰੇਨੇਜ ਵਾਟਰ ਐਜ਼ ਇਟ ਇਜ਼ ਹੋਵੇ ਉੱਥੇ ਇਕੱਠਾ ਹੋ ਗਿਆ, ਤਾਂ ਜਿਹੜੀ ਪੂਅਰ ਹੈਲਥ ਦੀ ਪੋਸੀਬਿਲਿਟੀ ਆ ਉਹ ਜ਼ਿਆਦਾ ਹੋਏਗੀ। ਇਹਦਾ ਮਤਲਬ ਦ ਪਬਲਿਕ ਕਲੀਨਲੀਨੈਸ ਇਜ਼ ਇੰਪੋਰਟੈਂਸ ਫॉर ਇੰਡੀਵਿਜੂਅਲ ਹੈਲਥ। ਕਿਸੇ ਵੀ ਇੰਡੀਵਿਜੂਅਲ ਦੀ ਹੈਲਥ ਵਾਸਤੇ ਪਬਲਿਕ ਕਲੀਨਲੀਨੈਸ ਜਿਹੜੀ ਉਹ ਜ਼ਿਆਦਾ ਇੰਪੋਰਟੈਂਟ ਫੈਕਟਰ ਹੈ। ठीक है, नैक्सट साढ़े को एक्टिविटी के फाइंड आउट करो कि वट आर द प्रोविजनस दैट इन द लोकैलिटी और लोकल अथॉरिटी पंचायत म्यूनसिपल कारपोरेशन फॉर सप्लाई ऑफ क्लीन ड्रिंकिंग वाटर। भी क्लीन ड्रिंकिंग वाटर जो सप्लाई करते हैं वो प्रोविजनस किहड़ियां ने, पंचायत आ, म्यूनसिपल कारपोरेशन और कोई होर है। ठीक है, कि वो सारे ਜਿਹੜੇ ਸਾਰੇ ਇੱਕ ਪਰਟੀਕੂਲਰ ਲੋਕੈਲਿਟੀ ਦੇ ਲੋਕ ਹੈ ਉਹ ਇਹ ਜਿਹੜੀ ਫੈਸਿਲਿਟੀ ਮਿਲਦੀ ਹੈ ਉਹਨੂੰ ਅਸੈਸ ਕਰ ਰਹੇ ਨੇ, ਉਹਨੂੰ ਲੈ ਰਹੇ ਨੇ। फाइंड आउट हाउ यूर लोकल अथॉरिटीज़ मैनेज द सॉलिड वेस्ट जनरेटेड इन योर नेबरहुड। तुहाडे नेबरहुड दे विच जिहड़ी सॉलिड वेस्ट वो जनरेट हो रही है उन्होंने किमें मैनेज करती है तुहाडी जिहड़ी लोकल अथॉरिटी है। और दीज मेजर्स आर एडिकेट, की ये सारी जिहड़ी मेजर्स ने ये ओके है, गुड है। इफ नॉट द इंप्रूवमेंट वुड यू सजैसट, जे नहीं है तो की इंप्रूवमेंट तुसीं सजैसट कर सकते हो। ठीक है, और तुहाडी फैमिली सॉलिड वेस्ट जनरेट करने विच एक 1 डे और 1 वीक वास्ते की एफर्ट्स कर सकते। ठीक है, नैक्सट है कि वैन वी नीड फूड फॉर हैल्थ। हुण सानूं पता कि हैल्थ वास्ते फूड चाहिए एंड दिस फूड विल हैव टू बी अर्नड बाय डूइंग वर्क। जिहड़ा ये फूड है इनू कमाना पैना बाय डूइंग सम वर्क। ठीक है, अगर साडे कोल कोई वर्क होएगा फिर सानू असीं उहनूं कमा सकांगे, मतलब साडे वी शुड हैव द मनी टू परचेज द गुड फूड फॉर हैल्थ। फॉर दिस अपॉर्चुनिटी टू डू वर्क हैज़ टू बी अवेलेबल। हुण जे सानू कोई वर्क करना तो वर्क वास्ते अपॉर्चुनिटी होनी चाहिए, कोई स्पेस होगी सानू फिर ही असीं वर्क कर पावांगे, सानू जगह मिलूगी काम करन दी भी इत्थे असीं इत्थे कोई वैकेंसी हैगी है। ठीक है, गुड इकनॉमिकल कंडीशनस एंड जॉब्स आर देयर फॉर नीडिड फॉर द इंडिविजुअल हैल्थ। इसका मतलब इंडिविजुअल की हैल्थ वास्ते गुड इकनॉमिकल कंडीशनस भी एंड जॉब्स भी अवेलेबल होने चाहिए। then we need to happy in order to be truly healthy। सानू truly healthy होने वास्ते happy होना पड़ेगा। and if we mistreat each other and are afraid of each other, जे असीं एक दूसरे नू mistreat कर रहे हैं एंड एक दूसरे तो डर रहे हैं, then we can't be happy। असीं खुश नहीं हो सकते, अगर असीं खुश नहीं हो सकते then we can't be healthy। social equality and harmony are therefore necessary for the individual health। सोशल इक्वैलिटी हारमोनी जिहड़ी ये भी जरूरी है फॉर द इंडिविजुअल हेल्थ। वी कैन थिंक ऑफ मैनी अदर सच एग्जाम्पल्स ऑफ कनैक्शन बिटवीन कम्यूनिटी इशूज़ एंड इंडिविजुअल हेल्थ। साडे कोल कुछ होर एग्जाम्पल्स भी हैगे जिहड़े कनैक्शनस ने कम्यूनिटी इशूज़ एंड इंडिविजुअल हेल्थ दे नाल रिलेट करदियां ने। ठीक है, नैक्सट इज डिस्टिंक्शन बिटवीन द हैल्दी एंड डिजीज़ फ्री। हैल्दी होना तो डिजीज़ फ्री होना विच की फर्क है। कहते इफ दिस इज़ वट वी मीन बाय हैल्थ वट डू यू मीन बाय डिजीज़। जे असीं कहने भी हैल्थ का की मतलब है तो डिजीज़ का की मीनिंग आ। ठीक है, द वर्ड इज़ एक्चुअली सैल्फ एक्सप्लेनेटरी। वर्ड अपने आप सैल्फ एक्सप्लेनेटरी है। वी कैन थिंक ऑफ इट एज डिजीज़ डिस्टर्बड ईज़। भी असी डिजीज़ नूं कह सकते हैं इट इज़ अ डिस्टर्बड ईज़ मीनस बीइंग अनकंफर्टेबल। डिजीज़ इन अदर वर्ड्स लिटरली मीनस बीइंग अनकंफर्टेबल। अनकंफर्टेबल होने नूं असी डिजीज़ कह सकते हैं। However the word is used in a more limited meaning। भी वर्ड का मतलब है जिहड़ा बहुत ज़्यादा लिमिटेड मीनिंग दे विच यूज़ किया जाता। भी talk of disease when we can find a specific and particular cause for discomfort। भी अगर असी डिजीज़ उदों ही कहांगे जदों असी प्रॉपर डिस्कंफर्ट का जिहड़ा पर्टिकुलर रीजन है स्पैसिफिक कॉज है वो जान लवांगे। दिस डज नॉट मीन दैट वी हैव टू नो द एब्सोल्यूट फाइनल कॉज। इसका मतलब ये नहीं है कि सानू दा फाइनल कॉज ही पता होना चाहिए। वी कैन से दैट समवन इज सफरिंग फ्रॉम डायरिया विदाउट नोइंग एक्चुअली एग्जैक्टली वट वॉज कॉज द लूज मोशन। कहते असीं जनरली ये कह दिंदे आ कि किसी नूं डायरिया हो गया पर सानू ये नहीं पता हुंदा कि उहदे एक्चुअल लूज मोशन का कॉज की है, फिर भी असीं उहनूं कह दिंदे आ कि इहनूं डायरिया हो गया। ठीक है, वी कैन नाउ ईजली सी दैट इट इज़ पॉसीबल टू बी इन पुअर हैल्थ विदाउट एक्चुअली सफरिंग फ्रॉम अ पर्टिकुलर डिजीज़। मतलब असीं ये कह सकते हैं
ਵੀ ਕਿਸੇ ਪਰਟੀਕੂਲਰ ਬਿਮਾਰੀ ਨਾ ਹੋਣ 'ਤੇ ਵੀ ਹੈਲਥ ਆ ਜਿਹੜੀ ਉਹ ਪੂਅਰ ਹੋ ਸਕਦੀ ਆ। ਸਿੰਪਲੀ ਨਾਟ ਬੀਇੰਗ ਡਿਜ਼ੀਜ਼ ਇਜ਼ ਨਾਟ ਦਾ ਸੇਮ ਐਜ਼ ਬੀਇੰਗ ਹੈਲਥੀ। ਜੇ ਕਿਸੇ ਨੂੰ ਕੋਈ ਡਿਜ਼ੀਜ਼ ਨਹੀਂ ਹੈ ਤਾਂ ਮਤਲਬ ਇਹ ਨਹੀਂ ਹੈ ਕਿ ਉਹ ਪਰਸਨ ਹੈਲਦੀ ਆ। ਗੁੱਡ ਹੈਲਥ ਫॉर द ਡਾਂਸਰ ਮੇ ਮੀਨ ਬੀਇੰਗ ਏਬਲ ਟੂ ਸਟ੍ਰੈਚ ਹਿਜ਼ ਬੋਡੀ ਇਨਟੂ ਡਿਫਰੈਂਟ ਬਟ ਗ੍ਰੇਸਫੁਲ ਪੋਜੀਸ਼ਨ। ਗੁੱਡ ਹੈਲਥ ਕਿਸੇ ਡਾਂਸਰ ਲਈ ਹੋ ਸਕਦਾ, ਉਹਦਾ ਮਤਲਬ ਹੋ ਸਕਦਾ ਕਿ ਉਹ ਆਪਣੀ ਬੋਡੀ ਨੂੰ ਡਿਫੀਕਲਟ ਪੋਜੀਸ਼ਨ ਦੇ ਵਿੱਚ ਗ੍ਰੇਸਫੁਲ ਪੋਜੀਸ਼ਨ ਦੀ ਸਟ੍ਰੈਚ ਕਰ ਸਕਦਾ ਹੋਵੇ। ਔਨ ਦਾ ਅਦਰ ਹੈਂਡ ਗੁੱਡ ਹੈਲਥ ਫॉर द magicians may mean having enough breathing capacity in his or her lungs to control the notes from his or her flute। ਇਹਦਾ ਮਤਲਬ ਕਿਸੇ ਮਜੀਸ਼ੀਅਨ ਵਾਸਤੇ ਗੁੱਡ ਹੈਲਥ ਦਾ ਮਤਲਬ ਹੋ ਸਕਦਾ ਕਿ ਉਹਦੀ ਲੰਗਸ ਦੇ ਵਿੱਚ ਇਨਫ ਕਪੈਸਿਟੀ ਹੋਵੇ ਟੂ ਬਰੀਥ ਅਬਾਊਟ ਹਿਜ਼ ਨੋਟਸ ਫਰੋਮ ਹਿਜ਼ ਫਲੂਟ। To have the opportunity to realize the unique potential in all of us is also necessary for a real health। ਜੇ ਸਾਨੂੰ ਪਤਾ ਚੱਲ ਜੇ ਕਿ ਸਾਡੇ ਵਿੱਚ ਕੀ ਪੋਟੈਂਸ਼ੀਅਲ ਹੈ, ਕੀ ਸਾਡੀ ਐਬਿਲਿਟੀ ਹੈ, ਕੀ ਸਾਡੀ ਕੈਪੈਸਿਟੀ ਨੇ, ਉਹ ਵੀ ਸਾਡੀ ਰੀਅਲ ਹੈਲਥ ਵਾਸਤੇ ਨੈਸੈਸਰੀ ਆ। So we can be in poor health without there being a simple cause in the form of an identifiable disease। ਕਹਿੰਦੇ ਸਾਡੀ ਹੈਲਥ ਕਿਸੇ ਵੀ ਬਿਮਾਰੀ ਆਇਡੈਂਟੀਫਾਈਬਲ ਡਿਜ਼ੀਜ਼ ਤੋਂ ਬਿਨਾਂ ਵੀ ਸਾਡੀ ਹੈਲਥ ਪੂਅਰ ਹੋ ਸਕਦੀ ਹੈ। ਦਿਸ ਇਜ਼ ਦ ਰੀਜ਼ਨ ਵਾਈ ਵੈਨ ਵੀ ਥਿੰਕ ਅਬਾਊਟ ਹੈਲਥ ਵੀ ਥਿੰਕ ਅਬਾਊਟ ਦ ਸੋਸਾਇਟੀ ਐਂਡ ਕਮਿਊਨਿਟੀ। ਕਹਿੰਦੇ ਇਹੀ ਰੀਜ਼ਨ ਆ ਜਦੋਂ ਅਸੀਂ ਹੈਲਥ ਬਾਰੇ ਸੋਚਦੇ ਹਾਂ, ਹੈਲਥ ਦੀ ਗੱਲ ਕਰਦੇ ਹਾਂ, then we think about societies and communities। on the other hand if we think about disease we think about individuals। ਜੇ ਅਸੀਂ ਡਿਜ਼ੀਜ਼ ਬਾਰੇ ਸੋਚਦੇ ਹਾਂ ਤਾਂ ਅਸੀਂ ਇੰਡੀਵਿਜੂਅਲ ਦੀ ਗੱਲ ਕਰਦੇ ਹਾਂ। ਠੀਕ ਹੈ, ਦਿਸ ਇਜ਼ ਆਲ ਅਬਾਊਟ ਟੂਡੇ। ਨੈਕਸਟ ਇਨ ਦ ਨੈਕਸਟ ਲੈਕਚਰ ਵੀ ਵਿਲ ਕੰਟੀਨਿਊ ਦ ਚੈਪਟਰ।